मुकत मुक्त करे संसार। नानक तिस जन को सदा नमस्कार। नारायण नरपत नमस्कार। ऐसे गुर को बल बल जाइए। आप मुकत मोहि तारै। सुकहो टल गुर सेवियै। अहनिस सहज सुभाए। दर्शन परसै गुरु कै। जन्म मरण दुख जाए। सारंग महला पंजवा। घर दूजा। एक ओंकार सतगुर प्रसाद। कैसे कहो मोहे जी बेदनाई। दर्शन प्यास प्रिय प्रीत मनोहर। मन ना रहे बहुविध उमकाई। रहाओ चितवन चितवाओ प्रिय प्रीत बैरागी। कद पावों हर दर्शाई। जतन करो एहो मन नहीं धीरै। को है रे संत मिलाई। जप तप संयम पुण्य सब होमो। तिस अर्पों सब सुख जाई। एक निमख प्रिय दर्श दिखावे। तिस संतन के बल जाई। करो निहोरा बहुत बेनती। सेवा दिन रहनाई। मान अभिमान हाँ सगल त्यागो। जो प्रिय बात सुनाई। देख चरित्र भई हाँ बिस्मन। गुर सतगुर पुरख मिलाई। प्रभ रंग दयाल मोहे ग्रह में पाया। जन नानक तपत बुझाई। देख चरित्र भई हाँ बिस्मन। गुर सतगुर पुरख मिलाई। प्रभ रंग दयाल मोहे ग्रह में पाया। जन नानक तपत बुझाई। वाहिगुरु जी का खालसा वाहिगुरु जी की फतेह। सारंग राग अंदर गुरु अर्जन देव पातशाह जी दे उच्चारण किए हुए पावन वचन
ਇਸ ਸ਼ਬਦ ਦੇ ਵਿਚਾਰ ਸਰਵਣ ਕਰਵਾ ਰਹੇ ਹਨ ਮਾਨਯੋਗ ਭਾਈ ਜਸਵਿੰਦਰ ਸਿੰਘ ਜੀ ਦਰਦੀ। ਅੱਜ ਦੂਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹੈ। ਆਪ ਸਮੂਹ ਸੰਗਤਾਂ ਨੂੰ, ਸਮੁੱਚੇ ਸਿੱਖ ਜਗਤ ਨੂੰ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੀਆਂ ਲੱਖ 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 ਵਧਾਈਆਂ। ਸਤਿਗੁਰੂ ਕਿਰਪਾ ਕਰਨ, ਸਰਬੱਤ ਸੰਗਤ ਦੀ ਹਾਜ਼ਰੀ, ਸੇਵਾਦਾਰ ਥਾਂ ਪਾਉਣ, ਯਾਤਰਾ ਸਫਲ ਕਰਨ। ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਦੇ ਉਪਲਕਸ਼ ਵਿੱਚ ਅੱਜ ਸਤਿਗੁਰੂ ਜੀ ਦਾ ਪੁਰਬ ਇਸੇ ਪਾਵਨ ਅਸਥਾਨ ਤੇ ਗੁਰਮੁਖੀ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਨੇੜੇ ਸਤਿਗੁਰੂ ਜੀ ਦੇ ਪੁਰਬ ਮਨਾਏ ਜਾ ਰਹੇ ਨੇ। ਇਸੇ ਅਸਥਾਨ ਤੇ ਵਿਸ਼ੇਸ਼ ਕੀਰਤਨ ਸਮਾਗਮ ਅੱਜ ਸ਼ਾਮੀ ਸੋਦਰ ਦੇ ਪਾਠ ਤੋਂ ਲੈ ਕੇ ਦੇਰ ਰਾਤ ਤੱਕ ਹੋਣਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮਨਾਉਂਦਿਆਂ ਪਾਕਿਸਤਾਨ ਵਿਚਲੇ ਇਤਿਹਾਸਿਕ ਗੁਰੂ ਧਾਮਾਂ ਦੀ ਯਾਤਰਾ ਵਾਸਤੇ ਜਥਾ ਲੈ ਕੇ ਜਾਇਆ ਜਾਂਦਾ ਹੈ। ਜਿਨ੍ਹਾਂ ਗੁਰਮੁਖ ਸ਼ਰਧਾਲੂਆਂ ਨੇ ਪਾਕਿਸਤਾਨ ਵਿਚਲੇ ਗੁਰੂ ਧਾਮਾਂ ਦੇ ਦਰਸ਼ਨ ਕਰਨੇ ਹੋਣ, ਉਹ ਆਪਣੇ ਜ਼ਰੂਰੀ ਕਾਗਜ਼ਾਤ, ਆਪਣਾ ਅਸਲ ਪਾਸਪੋਰਟ ਸਾਈਜ਼ 4 ਫੋਟੋਆਂ, 200 ਰੁਪਇਆ ਵੀਜ਼ਾ ਫੀਸ ਅਤੇ ਆਪਣਾ ID ਪ੍ਰੂਫ ਦਿੱਲੀ ਕਮੇਟੀ ਦੇ ਹੈੱਡ ਆਫਿਸ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 10 ਮਈ ਤੱਕ ਜਮ੍ਹਾਂ ਕਰਵਾਉਣ ਦੀ ਕਿਰਪਾਲਤਾ ਕਰਨ, ਤਾਂ ਜੋ ਕਾਗਜ਼ੀ ਕਾਰਵਾਈ ਹੈ ਸਮੇਂ ਸਿਰ ਪੂਰੀ ਹੋ ਸਕੇ। ਅਗਲੇ ਸਮੇਂ ਵਾਸਤੇ ਭਾਈ ਜਸਵਿੰਦਰ ਸਿੰਘ ਜੀ ਦਰਦੀ ਤਿੰਨਾਂ ਪਾਸੋਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ। ਪਾਵ ਸੁਹਾਵੇ ਜਾਨਤੋ ਤਿਰਜੁਲ ਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਨਤੋ ਜਸ ਗਾਵੇ। ਜਿਉ ਪਿਆ ਤੋ ਸ਼ਰਨੀ, ਤੈਂਡੀ ਬੰਦਿਸ ਮੈਂ ਕੋਈ ਨਾ ਡਿਠਾ। ਤੂੰ ਨਾਨਕ ਮਨ ਭਾਣਾ, ਕੋਲ ਕਮਾਈ ਤਿਸ ਮਿੱਤਰ ਵਿਚੋਲੇ। ਜੈ ਮਿਲ ਕੰਤ ਪਿਛਾਣਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਇਆਲਾ। ਨਾਨਕ ਘਰ ਕੇ ਗੋਲੇ। शहनशाहे हरदुआलम साहिब कमाल धन धन साहिब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सत संगियो, करो रसना पवित्र आओ गज के फतेह बुलाओ जी। वाहिगुरु जी का खालसा, वाहिगुरु जी की फतेह। गुरु सवारियो आप वडभागे हो जो सतगुरु जी दी पावन पवित्र गोद अंदर बैठ के
ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਦੇ ਇਸ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਦੀਆਂ ਮੁਬਾਰਕ ਦਰਸ਼ਨ ਕਰਦਿਆਂ ਹੋਇਆਂ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਬਣੀ ਹੋਈ ਮਰਿਆਦਾ ਅਨੁਸਾਰ ਜੋ ਲੜੀਵਾਰ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ, ਸੁਭਾਗ ਪ੍ਰਾਪਤ ਹੋਇਆ ਕੁਝ ਸਮਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਜਿਵੇਂ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ ਕਿ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਜਿਨ੍ਹਾਂ ਦਾ ਅੱਜ ਪਾਵਨ ਪ੍ਰਕਾਸ਼ ਪੁਰਬ ਹੈ, ਆਪ ਸਭ ਸੰਗਤਾਂ ਨੂੰ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਗੁਰੂ ਸਵਾਰਿਓ, ਕੁਝ ਸਮਾਂ ਅਸੀਂ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਵੀ ਵਿਚਾਰ ਰਲ ਮਿਲ ਕੇ ਕਰਨੀ ਹੈ। ਪੇਸ਼ਤਰ ਮੇਰੇ ਪਾਤਸ਼ਾਹ ਜੀ ਜੋ ਅੱਜ ਮੁਬਾਰਕ ਸ਼ਬਦ ਅੰਦਰ ਬਖਸ਼ਿਸ਼ ਕਰ ਰਹੇ ਨੇ, ਅੱਜ ਦਾ ਮੁਬਾਰਕ ਸ਼ਬਦ ਸਾਰੰਗ ਰਾਗ ਅੰਦਰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਪੈ ਕਰਦੇ ਨੇ, ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 1206 ਤੇ ਸਬਾਇਮਾਨ ਹੈ। ਇਸ ਮੁਬਾਰਕ ਸ਼ਬਦ ਅੰਦਰ ਸਾਹਿਬ ਬਖਸ਼ਿਸ਼ ਕਰਦੇ ਨੇ, ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ। ਸਾਰੰਗ ਮਹੱਲਾ ਪੰਜਵਾਂ। ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਰੰਗ ਰਾਗ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਮੁਬਾਰਕ ਸ਼ਬਦ ਦੂਸਰੇ ਘਰ ਵਿੱਚ ਗਾਉਣ ਦੀ ਹਦਾਇਤ ਪੈ ਕਰਦੇ ਨੇ, ਤੇ ਮੰਗਲ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹ ਪਰਿਪੂਰਨ ਪਰਮਾਤਮਾ ਇੱਕ ਹੈ, ਔਰ ਉਸ ਦੀ ਜੋ ਪ੍ਰਾਪਤੀ ਹੈ ਉਹ ਗੁਰੂ ਦੀ ਕਿਰਪਾ ਦੁਆਰਾ ਹੀ ਹੁੰਦੀ ਹੈ। ਹੋਰ ਕੋਈ ਵੀ ਢੰਗ ਤਰੀਕਾ ਨਹੀਂ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ। ਪਾਤਸ਼ਾਹ ਜੀ ਦਾ ਪਾਵਨ ਬਚਨ ਸਾਹਿਬ ਕਹਿੰਦੇ ਨੇ, ਜੇ ਸੌ ਚੰਦਾ ਉਗਵੇ ਸੂਰਜ ਚੜੇ ਹਜ਼ਾਰ। ਕਹਿੰਦੇ ਨੇ ਭਾਵੇਂ 100 ਚੰਦਰਮਾ ਚੜ ਜਾਣ, ਇੱਕ ਚੰਦਰਮਾ ਮਾਣ ਨਹੀਂ, ਇੱਕ ਸੂਰਜ ਮਾਣ ਨਹੀਂ। ਪਾਤਸ਼ਾਹ ਪੈ ਕਹਿੰਦੇ ਨੇ ਜੇ ਹਜ਼ਾਰਾਂ ਹੀ ਸੂਰਜ ਚੜ ਜਾਣ, ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ। ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਕਹਿੰਦੇ ਨੇ ਇੰਨੀ ਰੋਸ਼ਨੀ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾ ਹਨੇਰਾ ਹੀ ਹੈ, ਕਿਉਂਕਿ ਗੁਰੂ ਪ੍ਰਕਾਸ਼ ਹੈ। ਇਸੇ ਕਰਕੇ ਕਹਿੰਦੇ ਆ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ। ਪਰਮਾਤਮਾ ਪ੍ਰਕਾਸ਼ ਸਰੂਪ ਹੈ, ਗੁਰੂ ਪ੍ਰਕਾਸ਼ ਸਰੂਪ ਹੈ, ਗੁਰੂ ਰੋਸ਼ਨੀ ਹੈ। ਗੂ ਤੋਂ ਭਾਵ ਹੁੰਦਾ ਹਨੇਰਾ, ਤੇ ਰੂਹ ਦਾ ਅਰਥ ਹੈ ਰੋਸ਼ਨੀ। ਜਿਹੜਾ ਹਨੇਰੇ ਵਿੱਚ ਪ੍ਰਕਾਸ਼ ਕਰ ਦੇਵੇ, ਬਸ ਉਸੇ ਨੂੰ ਹੀ ਗੁਰੂ ਆਖਦੇ ਨੇ। ਉਹ ਪ੍ਰਕਾਸ਼ ਸਰੂਪ ਪਰਮਾਤਮਾ, ਉਹਦੀ ਪ੍ਰਾਪਤੀ ਗੁਰੂ ਤੋਂ ਬਗੈਰ ਨਹੀਂ ਹੋ ਸਕਦੀ। ਗੁਰ ਪ੍ਰਸਾਦ। ਤੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ,
वाहिगुरु जी कैसे कहो मोहे जी बेदनाई, दर्शन प्यास प्रीत मनोहर, मन न रहे बहु बिद उमकाई। एक तरला है, एक बेनती है, अंदर दी पीड़ा, अंदर दी वेदना। कहंदे ने कि कैसे कहूं मोहे जी बेदनाई, मैं अंदर दी पीड़ा जिहड़ी है ना वो किवें बयान करां, मैं किदे अगे ये पीड़ा जिहड़ी है वो रखां, बेनती रखां। गुरु सवारियो, चार तरह दे मनुख इस संसार विच ने। एक तां वो ने जिन्हां नूं कहंदे ने संसारी। संसारी बंदा वो है जिन्हों ये नहीं पता कि मैं इस संसार विच क्यों आया, मेरा आउण दा की मकसद है, मैनू क्यों संसार विच भेजा गया, नहीं पता। उहदी अवस्था तो ऐसी है कि जिवें पशु ने, पंछी ने आउंदे ने संसार विच, कुछ बच्चों नूं जन्म दिता, उन्हां दा पालन पोषण किया ते चले गए। संसारी बंदा भी ऐसा ही है, केवल माया तक सीमित है, केवल प्रसादे पानी तक सीमित है, केवल रोजी तक सीमित है। नहीं पता कि मेरा कोई अगे भी कोई डेस्टिनेशन है जिथे मैं पहुंचना है, ज्ञान ही नहीं है। क्यों? क्योंकि सुता होया है, गफलत दी नींद सुता है, समझ ही नहीं है कि मैं किस मकसद लिए आया सा, मैं जाना किथे है। संसारी बंदा। एक बंदा सुता होवे ना जी, सुपना तो भी वेखदा है, पर उस मनुख नूं जदों सुपना आउंदा ना, वो समझदा है कि ये जो कुछ है ये ही सच है। पर तुसीं वेखिआ कई बारी कोई भयानक सुपना आ गया, जां किते कोई ठोकर लग गई सुपने में, एकदम अख खुली, चीख मार के उठिया, अख खुली तो समझ आ गई कि हद हो गई, ये तो सब कुछ झूठ सी। शर्मसार भी होया, पर उस वेले उस नूं वो सच मन के बैठा हुंदा है। इस जगत नूं भी सुपने दी न्याई आख्या है। इहदे विच मनुख जो कुछ अज वेख रहा बस इनू ही सच मन के बह गया कि यही सच है। पर साहब ते कहंदे ने नहीं, ये सब कुछ झूठ है, सच ते केवल परमात्मा है। वो जो पहला तो भी है, आद सच जुगाद सच है, पी सच नानक होसी पी सच। उसने ही सदीवी रहना सी, पर मनुख ते माया ने इन्ना को प्रभाव पा दिता, इनू समझ ही ना आई, ये ऐसा सौ गया। ताई ते बार बार सत्संग विच आउण दी प्रेरणा पातशाह जी करते ने कि किते तू जाग जाए, जाग ले रे मना, जाग ले कहां गाफल सोया। जो तन उपजियो संग ही, सो पी संग ना होया। इस शरीर ने भी तेरा साथ नहीं देना, तू बाकियां तो आस ला के बैठा है, पर यह सुता होया है। सब कहते ने सुतड़े असंख माया झूठी कारणे, नानक से जगन जो रसना नाम उचारने। वो जागदे ने जेड़े रसना दे नाल उस मालिक दी सिफत सलाह करते ने, बाकी सब सुते हुए ने। जो भी कर रहे ने सुते हुए कर्म करी के जा रहे ने, नहीं समझ किते ये जाग जाए। सतगुरु जी बार बार प्रेरणा करते हैं,
ਜਿਹੜਾ ਸੁੱਤਾ ਹੋਇਆ ਨਾ, ਇਹਨੂੰ ਨਾਮ ਦਿੱਤਾ ਗਿਆ ਹੈ ਸੰਸਾਰੀ। ਇਹਨੂੰ ਨਹੀਂ ਪਤਾ ਕਿ ਮੈਂ ਜੋ ਇਹ ਕਰਮ ਕਰ ਰਿਹਾ ਇਹ ਮੇਰੇ ਲਈ ਠੀਕ ਹੈ ਕਿ ਨਹੀਂ। ਇੱਕ ਸੁੱਤੇ ਬੰਦੇ ਦੀ ਨਿਸ਼ਾਨੀ ਹੈ ਕਿ ਜਿਹਨੂੰ ਅੰਮ੍ਰਿਤ ਤੇ ਕੌੜਾ ਲੱਗਦਾ ਤੇ ਸ਼ਰਾਬ ਮਿੱਠੀ ਲੱਗਦੀ ਹੈ। ਸੁੱਤੇ ਦੀ ਨਿਸ਼ਾਨੀ ਹੈ, ਹੋਰ ਕੀ ਹੈ। ਮਾਇਆ ਨੇ ਐਸੀ ਲੋਰੀ ਦਿੱਤੀ, ਸੁਆ ਦਿੱਤਾ। ਇਹ ਹੈ ਸੰਸਾਰੀ ਬੰਦਾ। ਦੂਸਰਾ ਹੈ ਜਗਿਆਸੂ, ਜਿਸ ਦੇ ਅੰਦਰ ਜਗਿਆਸਾ ਪੈਦਾ ਹੋ ਗਈ ਹੈ, ਜਿਹੜਾ ਥੋੜਾ ਜਿਹਾ ਜਾਗ ਗਿਆ ਹੈ, ਜਿਹਨੂੰ ਇਹ ਪਤਾ ਲੱਗ ਗਿਆ ਕਿ ਮੈਂ ਕੇਵਲ ਪ੍ਰਸ਼ਾਦਾ ਪਾਣੀ ਛਕਣ ਨਹੀਂ ਆਇਆ, ਮੇਰੀ ਮੰਜ਼ਿਲ ਤੇ ਹੋਰ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤੇ ਵਾਰੀ ਮਿਲੀ, ਮੌਕਾ ਮਿਲਿਆ ਉਸ ਪਰਮਾਤਮਾ ਨੂੰ ਮਿਲਣ ਲਈ। ਅੰਦਰੋਂ ਜਾਗ ਗਿਆ। ਤੇ ਖਿਆਲ ਕਰਿਓ, ਜਦੋਂ ਕੋਈ ਜਾਗ ਜਾਂਦਾ ਹੈ ਨਾ, ਉਸ ਵੇਲੇ ਫਿਰ ਉਹਨੂੰ ਜਿੱਥੇ ਪਹੁੰਚਣਾ, ਜਿੰਨੀ ਦੇਰ ਪਹੁੰਚ ਨਹੀਂ ਜਾਂਦਾ ਉਨੀ ਦੇਰ ਕਦੇ ਚੈਨ ਨਹੀਂ ਜੇ ਆਉਂਦਾ। ਪਰ ਜਿਸ ਨੂੰ ਇਹ ਪਤਾ ਲੱਗਿਆ ਕਿ ਮੈਂ ਤੇ ਵਿਛੜਿਆ ਹੋਇਆ ਪਰਮਾਤਮਾ ਨਾਲ, ਅਸਲ ਵਿੱਚ ਵਿਛੋੜਾ ਸਭ ਤੋਂ ਵੱਡਾ ਦੁੱਖ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਦੁੱਖਾਂ ਦਾ ਜ਼ਿਕਰ ਕਰਦੇ ਨੇ ਤੇ ਪਾਤਸ਼ਾਹ ਪਹਿਲੇ ਨੰਬਰ ਤੇ ਵਿਛੋੜੇ ਨੂੰ ਰੱਖਦੇ ਨੇ। ਸਾਹਿਬ ਕਹਿੰਦੇ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗਾ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸਭ ਤੋਂ ਪਹਿਲਾ ਦੁੱਖ ਵਿਛੋੜੇ ਦਾ ਦੁੱਖ ਹੈ। ਤੇ ਜਿੰਨਾ ਦੇਰ ਮਲਾਪ ਨਾ ਹੋਵੇ ਉਨੀ ਦੇਰ ਸੁੱਖ ਨਹੀਂ ਮਿਲ ਸਕਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਜਗਤ ਜਲੰਦੇ ਨੂੰ ਤਾਰਦੇ ਤੇ ਠਾਰਦੇ ਹੋਏ ਇੱਕ ਐਸੀ ਥਾਂ ਤੇ ਪਹੁੰਚ ਗਏ ਜਿਹੜੀ ਬੜੀ ਰਮਣੀਕ ਜੀ ਥਾਂ ਸੀ, ਠੰਡੀ ਛਾਂ ਹੈ। ਉੱਥੇ ਕੁਝ ਦੇਰ ਆਰਾਮ ਕਰਨ ਲਈ ਰੁਕੇ। ਭਾਈ ਮਰਦਾਨਾ ਜੀ ਨਾਲ ਨੇ ਤੇ ਕੀ ਵੇਖਿਆ ਕਿ ਬੜੀ ਪਿਆਰੀ ਸੁਗੰਧੀ ਆ ਰਹੀ ਹੈ। ਭੌਰਿਆਂ ਦੀ ਗੁੰਜਾਰ ਪਈ ਕੰਨਾਂ ਵਿੱਚ ਪੈਂਦੀ ਹੈ। ਭਾਈ ਮਰਦਾਨਾ ਜੀ ਨੇ ਪੁੱਛ ਲਿਆ, ਪਾਤਸ਼ਾਹ ਇਹ ਸੁਗੰਧੀ ਕਿੱਥੋਂ ਆ ਰਹੀ ਹੈ? ਸੁਗੰਧੀ ਕਿੱਥੋਂ? ਤੇ ਮੇਰੇ ਸਾਹਿਬ ਜੀ ਕਹਿਣ ਲੱਗੇ, ਆ ਮਰਦਾਨਿਆ ਤੈਨੂੰ ਵਿਖਾ ਲਿਆਵਾਂ। ਨਾਲ ਲਿਆ ਤੇ ਉਸ ਸਾਗਰ ਦੇ ਕੰਢੇ, ਸਰੋਵਰ ਦੇ ਕੰਢੇ ਤੇ ਪਹੁੰਚ ਗਏ ਜਿਹੜਾ ਕਿ ਪਾਣੀ ਨਾਲ ਲਬਾਲਬ ਭਰਿਆ ਹੋਇਆ ਸੀ, ਜਿਹਦੇ ਵਿੱਚ ਕਮਲ ਦੇ ਫੁੱਲ ਸੋਨੇ ਵਰਗੇ ਖਿੜੇ ਹੋਏ ਨਜ਼ਰ ਪੈ ਆਉਂਦੇ ਨੇ। ਭੌਰੇ ਗੁੰਜਾਰ ਪਾਉਂਦੇ ਨੇ। ਇੰਨੀ ਪਿਆਰੀ ਸੁਗੰਧੀ ਹੈ ਕਿ ਹਰੇਕ ਬੰਦਾ ਉੱਥੇ ਬੈਠਣਾ ਪਸੰਦ ਕਰਦਾ ਹੈ। ਹਰੇਕ ਆਦਮੀ ਉਸ ਰਸਤੇ ਤੋਂ ਲੰਘਣਾ ਪਸੰਦ ਕਰਦਾ ਹੈ। ਕੁਝ ਦਿਨਾਂ ਬਾਅਦ ਜਦੋਂ ਫਿਰ ਉਸ ਪਾਸੇ ਆਏ ਨਾ, ਤੇ ਕੀ ਵੇਖਿਆ ਕਿ ਅੱਜ ਕੋਈ ਭੌਰਾ ਗੁੰਜਾਰ ਨਹੀਂ ਪਿਆ ਪਾਉਂਦਾ। ਜਿਹੜੇ ਕਮਲ ਦੇ ਫੁੱਲ ਖਿੜੇ ਹੋਏ ਸੋਨੇ ਵਰਗੇ ਨਜ਼ਰ ਆਉਂਦੇ ਸਨ ਨਾ, ਉਹ ਅੱਜ ਸੜ ਕੇ ਸਵਾਹ ਵਰਗੇ ਹੋ ਗਏ। ਜਿੱਥੋਂ ਸੁਗੰਧੀ ਆਉਂਦੀ ਸੀ ਅੱਜ ਦੂਰੋਂ ਹੀ ਦੁਰਗੰਧ ਪਈ ਆਉਂਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਸਰੋਵਰ ਦੇ ਕੰਢੇ ਤੇ ਬੈਠ ਕੇ ਤੇ ਇੱਕ ਬੜਾ ਪਿਆਰਾ ਬਚਨ ਕਰਦੇ ਨੇ, ਇੱਕ ਸਵਾਲ ਕਰਦੇ ਨੇ ਉਸ ਸਰੋਵਰ ਨੂੰ, ਜੋ ਵਾਰਾਂ ਤੋਂ ਵਧੇਕ ਬਾਣੀ ਵਿੱਚ ਅੰਕਿਤ ਹੈ। ਬੜਾ ਪਿਆਰਾ ਸ਼ਲੋਕ ਹੈ ਸਾਹਿਬ ਜੀ ਦਾ। ਇਸ ਬਾਣੀ ਦਾ ਸਰਲੇਖ ਵੀ ਹੈ, ਸ਼ਲੋਕ ਵਾਰਾਂ ਤੋਂ ਵਧੇਕ। ਜਿਹੜੇ ਸ਼ਲੋਕ ਵਾਰਾਂ ਤੋਂ ਪੌੜੀਆਂ ਨਾਲ ਵੱਧ ਗਏ ਵਾਰਾਂ ਵਿੱਚ, ਉਹ ਇਧਰ ਦਰਜ ਕੀਤੇ ਗਏ। ਤੇ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਪੱਬਰ ਤੋਂ ਹਰਿਆਵਲਾ, ਐ ਸਰੋਵਰ ਤੂੰ ਤੇ ਬੜਾ ਹੀ ਹਰਿਆ ਭਰਿਆ ਸੈਂ। ਕਮਲਾ ਕੰਚਨ ਵਨ, ਤੇ ਕਮਲ ਦੇ ਫੁੱਲ ਕੰਚਨ ਭਾਵ ਸੋਨੇ ਵਰਗੇ ਖਿੜੇ ਹੋਏ ਨਜ਼ਰ ਆਉਂਦੇ ਸਨ। ਕਹਿ ਦੁਖੜੇ ਸੜੇ ਹੋਏ, ਤੈਨੂੰ ਕਿਹੜਾ ਦੁੱਖ ਲੱਗ ਗਿਆ? ਕਾਲੀ ਹੋਈ ਆ ਦੇਹੁਰੀ, ਨਾਨਕ ਮੈਂ ਤਨ ਭੰਗ। ਮੈਂ ਹੈਰਾਨ ਆ ਤੇਰੀ ਹਾਲਤ ਤੋਂ
ਵੀ ਇਹ ਤੇਰੀ ਹਾਲਤ ਕਿਉਂ ਹੋ ਗਈ। ਤੇ ਉਸ ਸਰੋਵਰ ਨੇ ਜਿਹੜਾ ਜਵਾਬ ਦਿੱਤਾ ਹੈ ਨਾ, ਮੇਰੇ ਪਾਤਸ਼ਾਹ ਉਹ ਵੀ ਅੰਕਿਤ ਕਰਦੇ ਨੇ। ਉਹ ਜਵਾਬ ਕੀ ਸੀ? ਜਾਣਾ ਪਾਣੀ ਨਾ ਲਹਾ ਜੈਸੇ ਤੀ ਮੇਰਾ ਸੰਗ। ਇਹ ਪਾਤਸ਼ਾਹ, ਜਾਣਾ ਪਾਣੀ ਨਾ ਲਹਾ। ਲਹਾਂ ਦਾ ਅਰਥ ਹੁੰਦਾ ਨਜ਼ਰ ਆਉਣਾ, ਤੇ ਨਾ ਲਹਾਂ। ਮੇਰੇ ਪਾਤਸ਼ਾਹ, ਮੈਨੂੰ ਉਹ ਪਾਣੀ ਹੁਣ ਨਜ਼ਰ ਨਹੀਂ ਆਉਂਦਾ। ਮੇਰਾ ਪਾਣੀ ਨਾਲੋਂ ਅੱਜ ਵਿਛੋੜਾ ਪੈ ਗਿਆ। ਵਿਛੋੜਾ ਦੁੱਖ ਹੈ। ਜਿਹਦੇ ਨਾਲ ਮੇਰਾ ਸੰਗ ਸੀ, ਉਸ ਪਾਣੀ ਨਾਲੋਂ ਮੇਰਾ ਵਿਛੋੜਾ ਪੈ ਗਿਆ। ਜਿਤ ਡਿਠੈ ਤਨ ਪਰ ਫੜੈ ਚੜੈ ਚਵਗਣ ਵਨ। ਜਿਹਨੂੰ ਵੇਂਦਿਆਂ ਸਾਰ ਖੁਸ਼ੀ ਤੇ ਖੇੜਾ ਆ ਜਾਂਦਾ ਸੀ, ਉਸ ਪਾਣੀ ਨਾਲੋਂ ਅੱਜ ਮੇਰਾ ਵਿਛੋੜਾ ਪੈ ਗਿਆ। ਅੱਜ ਤਾਂ ਮੇਰੀ ਇਹ ਹਾਲਤ ਹੋ ਗਈ। ਤੇ ਗੁਰੂ ਸਵਾਰਿਓ, ਮੈਂ ਇੱਕ ਬੇਨਤੀ ਕਰਨੀ ਚਾਹਨਾ, ਜੇ ਪਾਣੀ ਨਾਲੋਂ ਵਿਛੋੜਾ ਪੈ ਕੇ ਕਮਲ ਦੇ ਫੁੱਲ ਸਵਾਹ ਵਰਗੇ ਹੋ ਗਏ, ਸਰੋਵਰ ਸੁੱਕ ਗਿਆ, ਤੇ ਸੱਚ ਜਾਣਿਓ ਜਿਹਦਾ ਬਾਣੀ ਨਾਲੋਂ ਵਿਛੋੜਾ ਪੈ ਜਾਏ, ਉਹਦੇ ਜੀਵਨ ਵਿੱਚ ਵੀ ਕਦੇ ਸੁੱਖ ਨਹੀਂ ਜੇ ਆਉਂਦਾ। ਉਹਦੇ ਜੀਵਨ ਵਿੱਚ ਵੀ ਦੁੱਖ ਹੀ ਦੁੱਖ ਹੈ, ਜਿਹਦਾ ਬਾਣੀ ਨਾਲ ਵਿਛੋੜਾ ਪੈ ਜਾਏ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ। ਕਹਿੰਦੇ ਨੇ, ਕਿਸੇ ਬੰਦੇ ਨੇ ਹੱਥ ਵਿੱਚ ਕੋਇਲਾ ਫੜ ਲਿਆ ਤੇ ਸੋਚਦਾ ਕਿ ਕੋਲੇ ਦਾ ਰੰਗ ਕਾਲਾ ਕਿਉਂ ਹੈ। ਉਹਨੇ ਸਾਬਣ ਲੈ ਕੇ ਉਹਨੂੰ ਧੋਣਾ ਸ਼ੁਰੂ ਕਰ ਦਿੱਤਾ ਕਿ ਮੈਂ ਚਿੱਟਾ ਕੱਢ ਦੇਣਾ ਹੈ। ਬੜਾ ਯਤਨ ਕੀਤਾ ਪਰ ਰੰਗ ਨਹੀਂ ਬਦਲਿਆ। ਫਿਰ ਉਸਨੇ ਰੰਗ ਚਾੜਨਾ ਸ਼ੁਰੂ ਕਰ ਦਿੱਤਾ, ਸਾਬਣ ਨਾਲ ਵੀ ਧੋਤਾ ਕਿ ਸ਼ਾਇਦ ਹੁਣ ਚਿੱਟਾ ਨਿਕਲ ਆਏ। ਫਿਰ ਰੰਗ ਚਾੜਨਾ ਸ਼ੁਰੂ ਕਰ ਦਿੱਤਾ, ਪਰ ਜਿਹੜਾ ਰੰਗ ਸੀ ਨਾ, ਉਹ ਤੇ ਕਾਲਾ ਹੋ ਗਿਆ, ਕੋਲੇ ਦਾ ਰੰਗ ਨਹੀਂ ਬਦਲਿਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਕੋਈ ਰੱਬੀ ਜਿਉੜਾ ਪ੍ਰਭੂ ਦਾ ਪਿਆਰਾ ਵੇਖ ਰਿਹਾ ਸੀ, ਤੇ ਉਸਨੇ ਪੁੱਛ ਲਿਆ, ਕਹਿਣ ਲੱਗਾ, ਪਿਆਰਿਆ ਤੂੰ ਇਹ ਕੀ ਪਿਆ ਕਰਦਾ? ਕਹਿਣ ਲੱਗਾ, ਜੀ ਇਸ ਕੋਲੇ ਦਾ ਰੰਗ ਕਾਲਾ ਕਿਉਂ ਹੈ, ਮੈਂ ਇਹਦਾ ਰੰਗ ਬਦਲਣਾ ਚਾਹਨਾ। ਤੇ ਜਵਾਬ ਮਿਲਿਆ, ਕਹਿਣ ਲੱਗੇ, ਮਿੱਤਰ ਇਹਦਾ ਰੰਗ ਇੰਜ ਨਹੀਂ ਬਦਲਣਾ, ਇਹ ਤੇ ਵਿਛੜ ਕੇ ਕਾਲਾ ਹੋਇਆ ਹੈ। ਜੇ ਇਹਦਾ ਰੰਗ ਬਦਲਣਾ ਚਾਹੁੰਦਾ, ਇਹਦੇ ਮੂਲ ਨਾਲ ਜੋੜ ਕੇ ਵੇਖ। ਤੇ ਭਾਈ ਸਾਹਿਬ ਜੀ ਕਹਿੰਦੇ ਨੇ, ਸਾਬਣ ਲਾ ਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਬ ਚਾੜ ਰੰਗਣ ਭੀ ਧਰਿਆ, ਪਰ ਨਾ ਰੰਗ ਵਟਾਇਆ। ਵਿਛੜ ਕੇ ਕਾਲਖ ਜੋ ਆਈ, ਉਹ ਬਿਨ ਮਿਲਿਆ ਨਹੀਂ ਲੈਂਦੀ, ਅੰਗ ਅੱਗ ਦੇ ਲਾ ਕੇ ਵੇਖੋ, ਚੜਦਾ ਰੂਪ ਸਵਾਇਆ। ਕਹਿੰਦੇ ਨੇ, ਇਹਨੂੰ ਅੱਗ ਵਿੱਚ ਪਾ ਕੇ ਵੇਖ, ਤੈਨੂੰ ਰੰਗ ਚਾੜਨ ਦੀ ਲੋੜ ਨਹੀਂ ਪੈਣੀ, ਆਪੇ ਹੀ ਲਾਲੀਏ ਚੜ ਜਾਣਗੇ। ਵਿਛੋੜਾ ਇੱਕ ਬਹੁਤ ਵੱਡਾ ਦੁੱਖ ਹੈ। ਕਬੀਰ ਸਾਹਿਬ ਜੀ ਦਾ ਵੀ ਇੱਕ ਪਾਵਨ ਬਚਨ ਮੇਰੇ ਸਾਹਮਣੇ ਆਇਆ। ਕਬੀਰ ਜੀ ਕਹਿੰਦੇ ਨੇ, ਇੱਕ ਦਿਨ ਸਾਗਰ ਦੇ ਕੰਢੇ ਤੇ ਬੈਠੇ ਨੇ, ਬੜੀਆਂ ਜ਼ੋਰ ਦੀਆਂ ਛੱਲਾਂ ਆ ਰਹੀਆਂ ਨੇ। ਇੱਕ ਛੱਲ ਇੰਨੇ ਜ਼ੋਰ ਦੀ ਆਈ ਕਿ ਸੰਖ ਨੂੰ ਸਾਗਰ ਵਿੱਚੋਂ ਬਾਹਰ ਸੁੱਟ ਦਿੱਤਾ। ਕਬੀਰ ਜੀ ਨੇ ਉਸ ਸੰਖ ਨੂੰ ਫੜਿਆ, ਫਿਰ ਸਾਗਰ ਵਿੱਚ ਰੱਖਿਆ। ਇੱਕ ਹੋਰ ਛੱਲ ਆਈ, ਉਹਨੇ ਫਿਰ ਬਾਹਰ ਸੁੱਟਿਆ। ਕਹਿੰਦੇ ਨੇ, ਜਦੋਂ ਕਿੰਨੀ ਵਾਰੀ ਐਸਾ ਹੋਇਆ, 5-7 ਵਾਰੀ, ਤੇ ਕਬੀਰ ਜੀ ਨਾ ਉਸ ਸੰਖ ਨੂੰ ਹੱਥ ਵਿੱਚ ਲੈ ਕੇ ਸੰਬੋਧਨ ਕਰਦਿਆਂ ਹੋਇਆ ਇੱਕ ਬੜਾ ਹੀ ਮਿੱਠਾ ਬਚਨ ਕਰਦੇ ਨੇ, ਜੋ ਪਾਵਨ ਬਾਣੀ ਵਿੱਚ ਅੰਕਿਤ ਹੈ। ਕਬੀਰ ਜੀ ਕਹਿੰਦੇ ਨੇ, ਕਬੀਰ ਰਹਿ ਨਾਇਰ ਵਿਛੋਰਿਆ, ਰਹੋਰ ਸੰਖ ਮਜੂਰ। ਰਹਿ ਨਾਇਰ ਰਤਨਾਂ ਨਾਲ ਭਰਿਆ ਹੋਇਆ ਸਾਗਰ। ਕਹਿਣ ਲੱਗੇ, ਐ ਸੰਖ ਵੇਖੀ ਕਿਤੇ ਆਪਣੇ ਸ਼ੌ ਸਾਗਰ ਨਾਲੋਂ ਨਾ ਵਿਛੜੀ। ਜੇ ਤੂੰ ਵਿਛੜ ਗਿਓ, ਤੇਰੇ ਜੀਵਨ ਵਿੱਚ ਫਿਰ ਦੁੱਖ ਹੀ ਦੁੱਖ ਹੈ, ਸੁੱਖ ਨਹੀਂ। ਕਬੀਰ ਰਹਿ ਨਾਇਰ ਵਿਛੋਰਿਆ, ਰਹੋਰ ਸੰਖ ਮਜੂਰ। ਦੇਵਲ ਦੇਵਲ ਤਾਹੜੀ, ਦੇਸੈ ਉਗਵਤ ਸੂਰ। ਕਹਿੰਦੇ ਨੇ, ਦੇਵਲ ਦੇਵਲ ਤੂੰ ਹਰ ਮੰਦਰ ਦੇ ਬੂਹੇ ਅੱਗੇ, ਤਾਹੜੀ ਦਾ ਅਰਥ ਹੈ ਮਿੱਤਰਾ ਤਾਹਾਂ ਮਾਰਨੀਆਂ ਨੇ। ਤੇਰੇ ਜੀਵਨ ਵਿੱਚ ਦੁੱਖ ਆਵੇਗਾ ਜੇ ਤੂੰ ਇਸ ਸ਼ੌ ਸਾਗਰ ਨਾਲੋਂ ਵਿਛੜ ਗਿਆ। ਦੇਸੈ ਉਗਵਤ ਸੂਰ, ਉਧਰੋਂ ਸੂਰਜ ਚੜੇਗਾ, ਉਧਰੋਂ ਮੰਦਰਾਂ ਦੇ ਬੂਹੇ ਅੱਗੇ ਤੇਰੀਆਂ ਤਾਹਾਂ ਨਿਕਲਣਗੀਆਂ। ਓਨੀ ਦੇਰ ਸੁੱਖ ਹੈ
ਜਿੰਨੀ ਦੇਰ ਆਪਣੇ ਮੂਲ ਨਾਲ ਜੁੜਿਆ ਹੋਇਆ ਹੈ। ਜਿੱਦਣ ਵਿਛੜ ਗਿਆ ਉਦਣ ਦੁੱਖ ਹੋਵੇਗਾ। ਗੁਰੂ ਸਵਾਰਿਓ, ਅੱਜ ਮਨੁੱਖ ਆਪਣੇ ਮੂਲ ਨਾਲੋਂ ਵਿਛੜਿਆ ਹੋਇਆ ਹੈ, ਤਾਂ ਹੀ ਜੀਵਨ ਵਿੱਚ ਦੁੱਖ ਹੈ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। हे ਵਾਹਿਗੁਰੂ, ਤੇਰੀ ਕਿਰਪਾ ਤੋਂ ਬਗੈਰ ਮਿਲਿਆ ਨਹੀਂ ਜਾਣਾ। ਆਪਣੇ ਕਰਮਾਂ ਕਰਕੇ ਵਿਛੜ ਗਏ ਆ। ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਜੁੜੇ ਨੇ, ਜਦੋਂ ਉਹਨਾਂ ਦੀ ਸੰਗਤ ਕਰਾਂਗੇ ਜਾਂ ਸਾਨੂੰ ਜੁੜਨ ਦੀ ਪ੍ਰੇਰਣਾ ਮਿਲੇਗੀ। ਗੁਰੂ ਸਵਾਰਿਓ, ਜਿਹੜੇ ਸੰਤੋਖ ਵਿੱਚ ਜਿਉਂਦੇ ਨੇ, ਜਦੋਂ ਉਹਨਾਂ ਦੀ ਸੰਗਤ ਕਰਾਂਗੇ ਸਾਡੇ ਹਿਰਦੇ ਵਿੱਚ ਵੀ ਸੰਤੋਖ ਆਵੇਗਾ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਖੰਡੂਰ ਦੀ ਧਰਤੀ ਤੇ ਇੱਕ ਮਨੁੱਖ ਦੁਕਾਨ ਕਰਦਾ ਹੈ। ਉਹਦੇ ਕੋਲ ਇੱਕ ਸੌਦਾ ਲੈਣ ਵਾਸਤੇ ਆ ਗਿਆ। ਬੜਾ ਗਰੀਬ ਜਿਹਾ ਮਨੁੱਖ ਹੈ, ਸੱਚੀ ਸੁੱਚੀ ਕਿਰਤ ਕਰਨ ਵਾਲਾ, ਦਿਹਾੜੀ ਕਰਨ ਵਾਲਾ, ਦੁਕਾਨ ਤੇ ਸੌਦਾ ਲੈਣ ਆਇਆ। ਕੁਛ ਮਾਇਆ ਦਿੱਤੀ ਤੇ ਨਾਲ ਕਹਿ ਦਿੱਤਾ ਵੀ ਆਹ ਸੌਦਾ ਚਾਹੀਦਾ ਹੈ। ਹੁਣ ਇੱਕੋ ਨਗਰ ਦੇ ਰਹਿਣ ਵਾਲੇ ਨੇ। ਆਮ ਤੌਰ ਤੇ ਸਾਨੂੰ ਪਤਾ ਹੀ ਹੁੰਦਾ ਕਿ ਪਿੰਡ ਵਿੱਚ ਕਿਹਦੇ ਘਰ ਵਿੱਚ ਕਿੰਨੇ ਜੀ ਨੇ, ਪਰਿਵਾਰ ਹੈ। ਇਹਨੇ ਜਦੋਂ ਆ ਕੇ ਮਾਇਆ ਦਿੱਤੀ ਤੇ ਦੁਕਾਨਦਾਰ ਨੇ ਕਹਿ ਦਿੱਤਾ, ਕਹਿਣ ਲੱਗਾ, ਪਿਆਰਿਆ, ਇਹਦਾ ਤੇ ਸੌਦਾ ਬਹੁਤ ਥੋੜਾ ਆਉਣਾ ਹੈ। ਉਹਨੇ ਸੌਦਾ ਤੋਲ ਕੇ ਦਿੱਤਾ ਤੇ ਨਾਲ ਕੁਝ ਆਪਣੇ ਕੋਲੋਂ ਆਟੇ ਦੀਆਂ 4 ਮੁੱਠੀਆਂ ਉਹਦੀ ਝੋਲੀ ਵਿੱਚ ਪਾਣੀਆਂ ਚਾਹੀਆਂ। ਇਹ ਬੜਾ ਸੰਤੋਖੀ ਬੰਦਾ ਸੀ। ਕਹਿਣ ਲੱਗਾ ਕਿ ਆ ਜਿੰਨੀ ਮੈਂ ਤੈਨੂੰ ਮਾਇਆ ਦਿੱਤੀ, ਤੂੰ ਸੌਦਾ ਦੇ ਦਿੱਤਾ, ਇਹ ਗੱਲ ਤੇ ਮੇਰੀ ਸਮਝ ਵਿੱਚ ਆਈ ਹੈ, ਪਰ ਆ ਜਿਹੜੇ ਤੂੰ ਮੈਨੂੰ ਜ਼ਿਆਦਾ ਆਟਾ ਦੇ ਰਿਹਾ ਹੈ, ਇਹ ਕਿਉਂ? ਉਸਨੇ ਕਿਹਾ, ਪਿਆਰਿਆ, ਮੈਂ ਜਾਣਨਾ ਤੂੰ ਸਖਤ ਮਿਹਨਤ ਕਰਨ ਵਾਲਾ ਹੈ, ਤੇਰੀ ਘਰ ਵਾਲੀ ਵੀ ਹੈ, ਤੇਰੇ ਘਰ ਵਿੱਚ ਬੱਚਾ ਵੀ ਹੈ, ਤੇ ਇਹਦੇ ਤੇ ਕੇਵਲ 2-3 ਹੀ ਪ੍ਰਸ਼ਾਦੇ ਬੰਨੇ ਨੇ, ਇੰਨੇ ਕੁ ਆਟੇ ਦੇ ਤੂੰ ਆਪ ਕੀ ਛਕੇਗਾ ਤੇ ਘਰ ਵਾਲੀ ਨੂੰ ਕੀ ਛਕਾਏਗਾ? ਖਿਆਲ ਕਰਿਓ। ਇਸ ਨੇ ਕਿਹਾ, ਨਹੀਂ, ਮੈਨੂੰ ਜਿੰਨਾ ਮੇਰਾ ਗੁਰੂ ਦਿੰਦਾ ਮੈਂ ਉਹਦੇ ਵਿੱਚ ਪ੍ਰਸੰਨ ਹਾਂ। ਅੱਜ ਤੂੰ 2 ਮੁੱਠੀਆਂ ਆਟੇ ਦੀਆਂ ਦਿੱਤੀਆਂ, ਕੱਲ ਮੈਂ ਫੇਰ ਤੇਰੇ ਹੱਥਾਂ ਵੱਲ ਵੇਖਾਂਗਾ। ਪਿਆਰਿਆ, ਮੈਨੂੰ ਜਿੰਨਾ ਗੁਰੂ ਦਿੰਦਾ ਮੈਨੂੰ ਉਹਨੇ ਵਿੱਚ ਹੀ ਰਹਿਣ ਦੇ, ਮੈਂ ਪ੍ਰਸੰਨ ਹਾਂ। ਘਰ ਚਲਾ ਗਿਆ। ਘਰ ਵਾਲੀ ਨੇ ਲੰਗਰ ਤਿਆਰ ਕੀਤਾ ਤੇ ਇੰਨੀ ਦੇਰ ਨੂੰ ਨਾ ਇਹਦੀ ਦੁਕਾਨ ਤੇ ਇੱਕ ਹੋਰ ਮਨੁੱਖ ਆ ਗਿਆ। ਉਹਨੇ ਆ ਕੇ ਪੁੱਛ ਲਿਆ, ਕਹਿਣ ਲੱਗਾ, ਇਸੇ ਨਗਰ ਵਿੱਚ ਕੋਈ ਗੁਰੂ ਨਾਨਕ ਦਾ ਸਿੱਖ ਰਹਿੰਦਾ? ਇਸ ਨੇ ਕਿਹਾ, ਹਾਂ, ਅਜੇ ਹੁਣੇ ਹੀ ਮੇਰੀ ਦੁਕਾਨ ਤੋਂ ਸੌਦਾ ਲੈ ਕੇ ਗਿਆ, ਬੜਾ ਪਿਆਰਾ ਸਿੱਖ ਹੈ ਗੁਰੂ ਨਾਨਕ ਦਾ। ਕਹਿਣ ਲੱਗਾ, ਮੈਂ ਬੜੀ ਦੂਰੋਂ ਚੱਲ ਕੇ ਆਇਆ, ਮੈਨੂੰ ਭੁੱਖ ਬੜੀ ਲੱਗੀ ਹੈ, ਮੈਂ ਪ੍ਰਸ਼ਾਦਾ ਛਕਣਾ ਚਾਹਨਾ, ਮੈਨੂੰ ਉਹਦੇ ਘਰ ਲੈ ਕੇ ਚੱਲ। ਤੇ ਖਿਆਲ ਕਰਿਓ, ਇਸ ਦੁਕਾਨਦਾਰ ਦੇ ਮਨ ਵਿੱਚ ਆਇਆ ਕਿ ਕਹਿੰਦੇ ਤੇ ਬੜਾ ਸੁਣਿਆ ਕਿ ਗੁਰੂ ਨਾਨਕ ਦੇ ਸਿੱਖ ਜਿਹੜੇ ਨੇ ਉਹ ਵੰਡ ਕੇ ਛਕਦੇ ਨੇ, ਪਰ ਅੱਜ ਮੈਂ ਵੇਖਾਂਗਾ ਕਿ ਇਹ ਆਪ ਕੀ ਛਕਦਾ ਹੈ ਗੁਰੂ ਨਾਨਕ ਦਾ ਸਿੱਖ, ਤੇ ਜਿਹੜਾ ਘਰ ਆਇਆ ਇਹ ਲੋੜਵੰਦ ਗੁਰਸਿੱਖ, ਇਹਨੂੰ ਕੀ ਛਕਾਂਦਾ ਹੈ। ਮੈਂ ਵੇਖਾਂਗਾ ਛਕਾਂਦਾ ਵੀ ਹੈ ਕਿ ਨਹੀਂ। ਘਰ ਵਾਲੀ ਨੇ 3 ਪ੍ਰਸ਼ਾਦੇ ਤਿਆਰ ਕੀਤੇ। ਇੱਕ ਪ੍ਰਸ਼ਾਦਾ ਆਪਣੇ ਥਾਲ ਵਿੱਚ ਰੱਖਿਆ ਤੇ 2 ਪਤੀ ਨੂੰ ਦਿੱਤੇ। ਹੁਣ ਪਤੀ ਕਹਿ ਰਿਹਾ ਸੀ, ਨਹੀਂ ਭਾਗਵਾਨੇ, ਮੈਂ ਇੱਕ ਪ੍ਰਸ਼ਾਦਾ ਛਕ ਕੇ ਗੁਜ਼ਾਰਾ ਕਰ ਲਵਾਂਗਾ, ਤੂੰ 2 ਛਕ ਲੈ, ਤੂੰ ਬੱਚੇ ਨੂੰ ਵੀ ਦੁੱਧ ਪਿਆਣਾ, ਤੂੰ ਘਰ ਦਾ ਕੰਮ ਵੀ ਕਰਨਾ। ਤੇ ਪਤਨੀ ਕਹਿ ਰਹੀ ਸੀ, ਨਹੀਂ ਸਿਰ ਦੇ ਸਾਈਂ, ਤੁਸੀਂ ਬਾਹਰ ਬੜੀ ਸਖਤ ਮਿਹਨਤ ਕਰਦੇ ਹੋ, ਤੁਸੀਂ 2 ਪ੍ਰਸ਼ਾਦੇ ਛਕ ਲਵੋ, ਮੈਂ ਤੇ ਇੱਕ ਛਕ ਕੇ ਜਲ ਦੇ ਨਾਲ ਆਪਣਾ ਗੁਜ਼ਾਰਾ ਕਰ ਲਵਾਂਗੇ। ਇੰਨੀ ਦੇਰ ਨੂੰ ਬਾਹਰੋਂ ਦਰਵਾਜ਼ਾ ਖੜਕਿਆ। ਇਹ ਗੁਰੂ ਦਾ ਪਿਆਰਾ ਸਿੱਖ ਆ ਗਿਆ। ਇਹਨੇ ਆ ਕੇ ਨਮਸਕਾਰ ਕੀਤੀ ਤੇ ਨਾਲ ਹੀ ਕਹਿ ਦਿੱਤਾ, ਬੜੀ ਦੂਰੋਂ ਚੱਲ ਕੇ ਆਇਆ, ਮੈਨੂੰ ਭੁੱਖ ਬੜੀ ਲੱਗੀ ਏ, ਪ੍ਰਸ਼ਾਦਾ ਛਕਾ ਦਿਓ। ਖਿਆਲ ਕਰਿਓ ਗੁਰੂ ਸਵਾਰਿਓ, ਇਹ ਘਰ ਵਾਲਾ ਜਿਹੜਾ ਸੀ ਨਾ, ਕਹਿਣ ਲੱਗਾ, ਲੈ ਭਾਗਵਾਨੇ, ਵੇਖ ਤੀਜਾ ਪ੍ਰਸ਼ਾਦਾ ਛਕਣ ਵਾਲਾ ਮੇਰੇ ਗੁਰੂ ਨਾਨਕ ਨੇ ਆਪ ਹੀ ਭੇਜ ਦਿੱਤਾ ਹੈ।
बड़े चाव नाल अंदर गया, जाके थाल विच परोस के एक प्रशादा लिया के अगे रखिया। इन्हें बड़े प्यार नाल छकिया, पर भुख बड़ी लगी सी। सच जाणियो, जे बंदे नूं भुख ना होवे ते 36 प्रकार दा भोजन भी अगे रख दे, उहनूं चंगा नहीं जे लगदा। भुख लगी होवे ते रुखा मिस्सा भी बड़ा स्वाद लगदा है। बाबा फरीद ने एवें नहीं आख्या, फरीदा रोटी मेरी काठ दी, लावण मेरी भुख। लावण दा अर्थ हुंदा जिहदे नाल दाल सब्जी नाल ला के छकने आ कि भोजन स्वाद लगे। कहन लगे मेरे भुख ही मेरा लावण है, मैनूं होर किसी लावण दी लोड़ ही नहीं है। भुख बड़ी लगी सी, इन्हें एक प्रशादा छकिया ते नाल ही कह दिता, प्यारिया आनंद बड़ा आया पर अजे भुख नहीं मिटी, एक प्रशादा होर छका दे। इन्हें एक प्रशादा होर अगे रखिया। जदों ये भी एक प्रशादा छक लिया ते कहन लगा आनंद बड़ा आया पर अजे भुख नहीं मिटी, एक प्रशादा होर। जदों तीसरी वारी मंगया ते जिहड़ा दुकानदार सी ना बाहर दरवाजे विच खड़ा वेख रहा सी, इहदे कोलों ना ही रहा गया। इन्हें उच्ची आवाज विच कहा, कहन लगा प्रशादे छकण वालिया, इस घर विच केवल 3 प्रशादे ही अज बने ने, तू 2 छक ले ने, एक ते इन्हां वास्ते रहण दे। ते सच जाणियो, इस गुरमुख प्यारे ने उस दुकानदार दे मुंह अगे हथ रख दिता। कहन लगा सजना, ये शब्द हुण क्या है, दोबारा ना कहीं। इन्हें मेरे घर विच आके गुरु नानक दा नाम लिया है, प्रशादे ते चीज ही कुछ नहीं, अगर मेरे प्राण भी मंगे तो मैं इहदे तो भी कुर्बान कर देंगा। ये पता कौन सी? ये जिहड़ा दुकानदार सी ना, ये सी भाई लैणा, जिहड़े बाद विच धन गुरु अंगद दे महाराज बने। एक बारी आखो सतनाम श्री वाहे। घर वाला कौन सी? भाई जोध, जिन्हां दा जीवन वेख के ही भाई लैणे तो गुरु नानक दे चरनां विच जाण दी प्रेरणा मिली सी और धन गुरु अंगद दे महाराज जी बने सन। गुरु सवारियो, जेड़े आप संतोखी ने, उन्हां दे जीवन तो प्रेरणा मिलदी है, संतोख हिरदे विच आवेगा। जेड़े आप जुड़े ने, उन्हां तो प्रेरणा मिलेगी जुड़न दी। मनुख जिन्ना देर नहीं जुड़दा उन्नी देर भटकदा रहिंदा है। ते जिन्नू समझ आ गई है ना, वो है जग्यासू। ओदे अंदर दी फिर वेदना हुंदी है, खंभ विकांदड़े जे लहा, किन्ना साई तोल, तन जड़ाई अपने लहा सो सज्जण टोल। कहंदे ने मैं किते खंभ विकदे होण, मैं अपना आपा वेच के भी वो खंभ खरीद लवां, अपने तन नू ला के उड़ के उस प्यारे दे कोल चला जावां जिहदे नालों मैं विछड़िया होया। अंदर जग्यासा पैदा हो गई। ते गुरु सवारियो, जिदे अंदर जग्यासा पैदा हुई है, वो फिर साधन जुटाने शुरू कर दिंदा है। जिसने साधना करनी शुरू कर दी है ना, ओनू नाम दिता गया साधु। जिन्हें साधना की ते चौथा है संत, जेड़ा साधना करदियां करदियां परमात्मा तक पहुंच गया, ओनू नाम दिता गया फिर संत। वो परमात्मा दा रूप हो जाते ने। अब तो जाए चढ़े सिंहासन, मिले हैं सारंग पानी, राम कबीरा एक भय है, कोई ना सके पछानी। कबीर जी कहते ने हुण राम विच ते कबीर विच कोई भेद ही नहीं रह गया। जिन सेव्या मेरा हर जी, ते हर हर रूप समासी। वो अपना रूप ही बना लैंदा है अपने प्यारियां नूं। पर मैं एक बेनती करा, पहला ते अंदर जग्यासा पैदा होनी चाहिए। अंदर विछोड़े दी पीड़ा होवे। जिन्नी देर अंदर विछोड़े दा एहसास नहीं ना, उन्नी देर अंदर पीड़ा नहीं हुंदी। ये बिरहा जिहड़ा है, बिरहों दी पीड़ उन्नी देर नहीं उत्पन्न हुंदी जिन्नी देर एहसास ही नहीं होया कि मैं विछड़िया होया। मेरे पातशाह जी बख्शिश पे करते ने,
कैसे कहो मोह जी बेदनाई। किवें मैं आख अंदर पीड़ा कादी है। दर्शन प्यास प्रे प्रीत मनोहर, मन न रहे बहु बिद उमकाई। कहंदे ने मेरे अंदर उस प्यारे नूं, उस प्रीतम नूं मिलन वास्ते अंदर पीड़ा पैदा हुई है। अंदर दा बिरहा जिहड़ा है वो मैनू तड़पा के रख देना है। मैं एक बेनती करा, जिस चीज तो साडा मन प्रभावित हो गया ना, ओदी मन फिर मंग करन लग पैंदा है, ओदियां अंदर यादां चलन लग पैंदियां ने। और याद भी इस तरह चलदी है जिवें नाड़ियां विच खून गर्दिश करदा है, जिवें श्वास चलदे ने इसे तरह याद चलदी है। अंदर दी पीड़ा ਜਿਹੜੀ ਹੈ ਨਾ ਉਹ ਹੀ ਜਾਣ ਸਕਦਾ ਹੈ। ਇਸ ਨੂੰ ਬਿਆਨਿਆ ਨਹੀਂ ਜਾ ਸਕਦਾ, ਇਹਨੂੰ ਕੇਵਲ ਮਾਨਿਆ ਜਾ ਸਕਦਾ ਹੈ। ਐਸੀ ਪੀੜਾ, ਔਰ ਜਿਨ੍ਹਾਂ ਦੇ ਅੰਦਰ ਪੀੜਾ ਪੈਦਾ ਹੋ ਗਈ ਹੈ, ਸੱਚ ਜਾਣਿਓ, ਉਹ ਤੇ ਕਹਿੰਦੇ ਨੇ ਕਿ ਪਰਮਾਤਮਾ ਤੇ ਵੀ ਗਿਲਾ ਵੀ ਕਰਦੇ ਨੇ ਕਈ ਵਾਰੀ। ਬਾਬਾ ਫਰੀਦ ਕਹਿੰਦੇ ਨੇ, ਚਿੰਤ ਖਲਾ ਵਾਣ ਦੁੱਖ। ਕਹਿੰਦੇ ਨੇ ਕਿ हे परमात्मा, ਮੇਰੇ ਕੋਲ ਮੰਜਾ ਹੈ, ਖਟੋਲਾ ਤੋਂ ਭਾਵ ਹੈ ਖਟਿਆ ਮੰਜਾ, ਪਰ ਕਿਹੜਾ? ਮੇਰੇ ਕੋਲ ਮੰਜਾ ਹੈ ਚਿੰਤਾ ਦਾ। ਤੇ ਵਾਣ ਕਿਹੜਾ ਵਿੱਚ? ਦੁੱਖ ਦਾ ਵਾਣ ਹੈ। ਬਿਰਹਿ ਵਿਛਾਵਣ ਲੇਫ, ਇਹੋ ਮਾਰਾ ਜੀਵਣਾ। तू साहिब सच्चे वेख, तू साडी हालत वेख है परमात्मा। असी चिंता दा मंजा लिया, दुखां दा वाण है, ते तेरे बिरहे दा विछाउणा कीता है। बिरहे दी पीड़ा है अंदर। बिरहा बिरहा आखिए बिरहा तू सुल्तान, जित तन बिरहो ना उपजै सो तन जान मसान। ਕਹਿੰਦੇ ਨੇ ਉਹ ਤੇ ਮਸਾਣਾ ਦੇ ਬਰਾਬਰ ਹੈ, ਸ਼ਮਸ਼ਾਨ ਘਾਟ ਦੇ ਬਰਾਬਰ ਹੈ ਉਹ ਤਨ ਜਿਹਦੇ ਅੰਦਰ ਬਿਰਹਾ ਪੈਦਾ ਹੀ ਨਹੀਂ ਹੋਇਆ। ਪਰ ਕਿਹਦੇ ਅੰਦਰ ਹੋਏਗਾ? ਜਿਹੜਾ ਅੰਦਰੋਂ ਜਾਗ ਗਿਆ, ਜਿਹੜਾ ਸੁੱਤਾ ਹੋਇਆ ਉਹਦੇ ਅੰਦਰ ਨਹੀਂ। ਭਾਈ ਲਹਿਣੇ ਦੇ ਅੰਦਰ ਮਲਾਪ ਦੀ ਪੀੜਾ ਪੈਦਾ ਹੋਈ ਤੇ ਗੁਰੂ ਸਵਾਰਿਓ ਚੱਲ ਪਏ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਵਿੱਚ, जाके अपना आपा समर्पित कर दिता। ते मेरे साहब जी का पावन बचन भी है, धन गुरु अंगद देव महाराज जी का, कहते ने जिस प्यारे स्योने तिस आगे मर चलीए। त्रिग जीवन संसार तांकै पाछै जीवना। इन्नी सेवा की भाई लहणा जी ने धन गुरु नानक देव महाराज जी के चरणों विच अपना आपा ही समर्पित कर दिता। करतारपुर की धरती ते ये आखिरी दिनों की गल है, जिस दिन गुरु नानक देव महाराज ने एक दिन धानक रूप अख्तियार किया। नाल कुछ शिकारी कुत्ते लए ते नगर तो बाहर नूं चल पे। संगत पिछे पिछे आ रही है। मेरे पातशाह जी ने कुछ माया सुटी, जेड़े माया दे लोभी सन ना जी, इन्हां माया चुकी ते ये घरां नूं वापस आ गया। संसारी बंदा गुरुद्वारे भी आउंदा ते केवल पदार्थां दी खातर ही आउंदा जी। इत्थे आके भी परमात्मा नूं नहीं मंगदा, केवल माया नूं मंगदा है। और माया दी खातर वो हरेक चीज दा सौदा भी करदा है। डॉक्टर सर मोहम्मद इकबाल ने कहा, वो कहंदे ने, खुदाया हवस के बंदे वफा को बेच देते हैं, खुदा के घर की क्या कहिए खुदा को बेच देते हैं। कहते ने जिहड़े माया दी हवस है ना, वो अपनी इज्जत दा अणख दा सौदा करते ने, गैरत दा सौदा करते ने, गुरु दा सौदा भी कर जाते ने, वाहिगुरु दा सौदा भी कर जाते हैं। माया चाहिदी है, मालिक नहीं चाहिदा। माया सुट्टी जिन्ना चुक लई वापस घरां नूं आ गए। दो अजे पिछे तुरे आउंदे सन, जिन्हां विचों एक सन बाबा बुढ़ा जी ते दूजे सन भाई लहणा। बाबा बुढ़ा जी नूं क्या गुरु नानक ने कहन लगे, बुढ़िया सारे अपने घरां नूं तुर गए ने, तेनू की चाहिदा है?
ਤੇ ਹੱਥ ਜੋੜ ਕੇ ਕਿਹਾ ਸੀ, ਕਹਿਣ ਲੱਗੇ ਬਾਬਾ ਜਿਨ੍ਹਾਂ ਨੂੰ ਮਾਇਆ ਚਾਹੀਦੀ ਸੀ ਉਹ ਤੇ ਲੈ ਕੇ ਤੁਰ ਗਏ, ਪਰ ਮੇਰੇ ਪਾਤਸ਼ਾਹ ਮੈਨੂੰ ਤੇ ਤੂੰ ਚਾਹੀਦਾ, ਮੈਨੂੰ ਹੋਰ ਕੁਝ ਨਹੀਂ ਚਾਹੀਦਾ, ਮੈਨੂੰ ਮੇਰਾ ਗੁਰੂ ਨਾਨਕ ਚਾਹੀਦਾ। ਤੇ ਇੱਕ ਸ਼ਬਦ ਕਿਹਾ ਸੀ ਬਾਬਾ ਬੁੱਢਾ ਜੀ ਨੂੰ ਗੁਰੂ ਨਾਨਕ ਨੇ, ਕਹਿਣ ਲੱਗੇ ਬੁੱਢਿਆ ਤੇਰੇ ਤੋਂ ਓਲੇ ਕਦੇ ਨਾ ਹੋਸਾਂ। ਕਹਿਣ ਲੱਗੇ ਮੈਂ ਤੇਰੇ ਤੋਂ ਕਦੇ ਵੀ ਓਲੇ ਨਹੀਂ ਹੋਵਾਂਗਾ, ਮੈਂ ਤੇਰੇ ਨਾਲ ਅੱਜ ਵਚਨ ਕਰਨ ਲੱਗਾ। ਗੁਰੂ ਨਾਨਕ ਸਾਡੇ ਨਾਲ ਨੇ, ਪਰ ਸਾਡੇ ਕੋਲ ਅੱਖ ਨਹੀਂ ਉਹ ਵੇਖਣ ਵਾਲੀ। ਕਿਹਾ ਸੀ ਭਾਈ ਲਹਿਣੇ ਨੂੰ, ਕਹਿਣ ਲੱਗੇ ਲਹਿਣਿਆ ਤੈਨੂੰ ਕੀ ਚਾਹੀਦਾ? ਸਾਰੇ ਘਰਾਂ ਨੂੰ ਤੁਰ ਗਏ, ਜਾ ਤੂੰ ਵੀ ਵਾਪਸ ਆਪਣੇ ਘਰ ਚਲਾ ਜਾ। ਤੇ ਭਾਈ ਲਹਿਣੇ ਨੇ ਆਪਣਾ ਸੀਸ ਰੱਖ ਦਿੱਤਾ ਗੁਰੂ ਨਾਨਕ ਦੇ ਚਰਨਾਂ ਤੇ, ਚਰਨ ਧੋ ਦਿੱਤੇ ਹੰਝੂਆਂ ਦੇ ਨਾਲ, ਤੇ ਗਲ ਵਿੱਚ ਪੱਲਾ ਪਾ ਕੇ ਕਿਹਾ ਸੀ, ਕਹਿਣ ਲੱਗੇ ਮੇਰੇ ਦਾਤਿਆ ਜਿਹੜੇ ਆਪਣੇ ਆਪਣੇ ਘਰਾਂ ਵਾਲੇ ਸਨ ਉਹ ਘਰਾਂ ਨੂੰ ਤੁਰ ਗਏ, ਪਰ ਮੇਰਾ ਤੇ ਟਿਕਾਣਾ ਹੀ ਤੇਰੇ ਚਰਨਾਂ ਵਿੱਚ। ਹੁਣ ਦੱਸ ਮੈਂ ਕਿੱਥੇ ਜਾਵਾਂ, ਮੇਰਾ ਟਿਕਾਣਾ ਤੇਰੇ ਚਰਨਾਂ ਵਿੱਚ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਹਾ ਸੀ ਲੈਣਿਆ ਜੇ ਤੇਰਾ ਟਿਕਾਣਾ ਮੇਰੇ ਚਰਨਾਂ ਵਿੱਚ ਹੈ ਨਾ, ਤੇ ਮੈਂ ਵੀ ਹੁਣ ਤੱਕ ਟਿਕਾਣਾ ਹੀ ਲੱਭਦਾ ਫਿਰਦਾ ਸਾਂ, ਅੱਜ ਮੈਨੂੰ ਵੀ ਟਿਕਾਣਾ ਲੱਭ ਗਿਆ। ਕਹਿਣ ਲੱਗੇ ਅੱਜ ਮੈਨੂੰ ਵੀ ਟਿਕਾਣਾ ਲੱਭ ਗਿਆ। ਤੇ ਇੰਨੀ ਕਿਰਪਾ ਕਰ ਦਿੱਤੀ, ਆਪਣਾ ਸਿੰਘਾਸਣ ਹੀ ਬਖਸ਼ਿਸ਼ ਕਰ ਦਿੱਤਾ। ਔਰ ਇੱਕ ਸ਼ਾਇਰ ਨੇ ਕਿਹਾ, ਕਹਿੰਦੇ ਨੇ ਨਜ਼ਰੇ ਰਹਿਮਤ ਸੇ ਗੁਰੂ ਨਾਨਕ ਜਿਧਰ ਇਸ਼ਾਰਾ ਕਰ ਦਿਆ, ਜਿੱਧਰ ਗੁਰੂ ਨਾਨਕ ਦੀ ਰਹਿਮਤ ਦੀ ਨਜ਼ਰ ਹੋ ਗਈ। नजरे रहमत से गुरु नानक जिधर इशारा कर दिया, जर्रे को सूरज किया, कतरे को दरिया कर दिया। दैंत साधु बना, सज्जन भी सज्जन हो गया। अरे बंदों की क्या बात थी, रीठे को मीठा कर दिया। इश्क की भट्टी में डालकर जब कुंदन किया, लहने से अंगद किया, अंगद से अल्लाह कर दिया। परमात्मा दा रूप बना दिता भाई लहणे नूं गुरु नानक ने, पर जिस दिन अपना आपा गुरु नानक दे चरनां विच भेट कर दिता, जिदन अंदर दी पीड़ा जेड़ी सी ना उन्हें तड़पा के रख दिता। सच जाणियो प्यार दा जेड़ा बूटा है ना, ये उन्ना चिर इहनूं फल नहीं जे लगदा जे इहनूं जेड़े विछोड़े दे आंसू ने उन्हां दे नाल सिंजिया ना जाए। जिन्ना चिर विछोड़े दे अथरूआं दे नाल ये बूटा सिंजिया नहीं जांदा, ये कदे फली पूत नहीं हुंदा। पर जिन्हां दे अंदर ये पीड़ा पैदा हो गई है ना, वो ते मलाप वास्ते फिर तरले लेंदे ने। ते किस तरह, जिवें मेरे पातशाह जी अज बख्शिश पे करदे ने, दर्शन प्यास प्रे प्रीत मनोहर, मन न रहे बहु बिध मकाई। मेरे अंदर उस प्यारे दे दर्शनां दी प्यास पैदा हो गई है, और कई तरीकियां दे नाल बहु बिधो मकाई, कई ढंगां दे नाल कई तरीकियां दे नाल प्यार जेड़ा है बार बार उमड़दा है। उम क्यों ही हो मिलन प्रभ ताई, अंदर उमंग पैदा हो रही है। ये रहाओ दी पंक्ति है, चितवन चितवो प्रे प्रीत बैरागी, कद पावो हर दरस दरसाई। कहंदे ने कि चितवन चितवों प्रे प्रीत बैरागी, कहंदे ने मेरे अंदर प्यारे दे प्रति वैराग पैदा हो गया। ते मैं किस तरह, ये मैं सोच रहा कि मैं किस तरह अपने उस प्यारे दा दर्शन पावां। दर्शन प्यासी दिन सरात, चितवों अन दिन नीत। मैं हर दिन रात सोच रही हूं कि किवें उस प्यारे दा हुण दर्शन होवे। सच जाणियो जिस मनुख नूं तन नूं तीर लगदा ना, सच जाणियो ओदे अंदरों एक आवाज निकलदी है। जदों खून निकलेगा ते आवाज निकलेगी, हाय पानी हाय पानी हाय पानी। ते जिस दे अंदर वैराग दा बिरहा दा तीर लग गया, ਉਹਦੇ ਅੰਦਰੋਂ ਫਿਰ ਆਵਾਜ਼ ਨਿਕਲਦੀ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹਦੇ ਅੰਦਰੋਂ ਉਸ ਪਰਮਾਤਮਾ ਦਾ ਨਾਮ ਬਾਰ-ਬਾਰ ਜਿਹੜਾ ਉਹ ਨਿਕਲੇਗਾ। ਕਿਵੇਂ ਮੈਂ ਦਰਸ਼ਨ ਕਰਾਂ? ਪਿਆਸ ਲੱਗੀ ਹੋਵੇ, ਜਿੰਨੀ ਦੇਰ ਪਾਣੀ ਨਾ ਮਿਲੇ ਪਿਆਸ ਨਹੀਂ ਮਿਟ ਸਕਦੀ। ਜਿਹਨੂੰ ਪਿਆਸ ਲੱਗੀ ਹੈ ਨਾ, ਉਹਨੂੰ ਆਖੋ ਪ੍ਰਸ਼ਾਦਾ ਛਕ ਲੈ, ਉਹ ਕਹੇਗਾ ਪ੍ਰਸ਼ਾਦਾ ਨਹੀਂ ਛਕਣਾ, ਕੇਵਲ ਮੈਨੂੰ ਪਾਣੀ ਚਾਹੀਦਾ।
ਭੁੱਖ ਲੱਗੀ ਹੋਵੇ ਤੇ ਆਖੇ ਪਾਣੀ ਪੀ ਕੇ ਬੁਝਾ ਲੈ, ਕਹੇਗਾ ਨਹੀਂ, ਜਿੰਨੇ ਦੇਰ ਪ੍ਰਸ਼ਾਦਾ ਨਹੀਂ ਮਿਲਦਾ ਭੁੱਖ ਨਹੀਂ ਮਿਟਦੀ। ਜਿੰਨੀ ਦੇਰ ਨਾਮ ਦੀ ਭੁੱਖ ਨਹੀਂ ਮਿਟੀ ਲੱਗੀ, ਓਨੀ ਦੇਰ ਧਨ ਦੌਲਤ ਜਿੰਨਾ ਮਰਜ਼ੀ ਕੋਲ ਹੋਵੇ ਇਹ ਭੁੱਖ ਨਹੀਂ ਜੇ ਮਿਟ ਸਕਦੀ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲੀਏ ਦੁਖ। ਕਹਿੰਦੇ ਨੇ ਜਿਹਦੇ ਅੰਦਰ ਦਰਸ਼ਨਾਂ ਦੀ ਪਿਆਸ ਪੈਦਾ ਹੋ ਗਈ, ਜਿੰਨੀ ਦੇਰ ਮਲਾਪ ਨਹੀਂ ਹੁੰਦਾ ਓਨੀ ਦੇਰ ਫਿਰ ਚੈਨ ਨਹੀਂ ਮਿਲ ਸਕਦਾ। ਯਤਨ ਕਰੋ ਇਹ ਮਨ ਨਹੀਂ ਧੀਰੈ, ਕੋ ਹੈ ਰੇ ਸੰਤ ਮਿਲਾਈ। ਕਹਿੰਦੇ ਨੇ ਯਤਨ ਤੇ ਬੜੇ ਕਰਦਾ, ਪਰ ਹੇ ਮੇਰੇ ਵੀਰ, ਅੰਦਰ ਜਦੋਂ ਪਿਆਸ ਹੋਵੇ, ਤੜਪਣਾ ਹੋਵੇ, ਫਿਰ ਉਹ ਕਿਸੇ ਦੀ ਸਲਾਹ ਵੀ ਲੈਂਦਾ ਕਿ ਮੈਂ ਕੀ ਕਰਾਂ। ਹੇ ਮੇਰੇ ਭਰਾਵਾ, ਮੈਂ ਕਿਸ ਤਰ੍ਹਾਂ ਉਸ ਪਿਆਰੇ ਨੂੰ ਮਿਲ ਸਕਦਾ। ਹੁਣ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਸੁਣ ਮੀਤਾ ਜੀਓ ਹਮਾਰਾ, ਬਲ ਬਲ ਜਾਸੀ ਹਰ ਦਰਸ਼ਨ ਦੇਵ ਦਿਖਾਈ। ਸੁਣ ਮੀਤਾ ਧੂਰੀ ਕੋ ਬਲ ਜਾਈ, ਇਹ ਮਨ ਤੇਰਾ ਭਾਈ ਰਹਾਓ। ਕਿੰਨਾ ਵੱਡਾ ਤਰਲਾ ਹੈ, ਪਾਵ ਮਲੋਵਾਂ ਮਲ ਮਲ ਧੋਵਾਂ, ਇਹ ਮਨ ਤੈਂਕੂ ਦੇਸਾਂ। ਸੁਣ ਮੀਤਾ ਹਉ ਤੇਰੀ ਸ਼ਰਣਾਈ ਆਇਆ, ਪ੍ਰਭ ਮਿਲੋ ਦਿਓ ਉਪਦੇਸ਼ਾ। ਕੋਈ ਉਪਦੇਸ਼ ਦੇ, ਮੈਂ ਕਿਵੇਂ ਮਿਲਾਂ ਪਿਆਰੇ ਨੂੰ। ਤੇ ਇੱਕ ਗੱਲ ਕਹੀ, ਉਪਦੇਸ਼ ਕੀ ਸੀ? ਮਾਨ ਨਾ ਕੀਜੈ ਸ਼ਰਨ ਪਰਿਜੈ, ਕਰੈ ਸੋ ਭਲਾ ਮਨਾਈਏ। ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਓ ਪਾਈਐ। ਕਹਿੰਦੇ ਨੇ ਪਿਆਰਿਆ ਆਪਣਾ ਆਪਾ ਸਮਰਪਿਤ ਕਰ ਦੇ, ਇਹ ਮਨ ਉਹਦੇ ਅੱਗੇ ਰੱਖ ਦੇ, ਇਹ ਤਨ ਉਹਦੇ ਅੱਗੇ ਭੇਟਾ ਕਰ ਦੇ, ਇਉਂ ਦਰਸ਼ਨ ਹਰ ਜੀਓ ਪਾਈਐ। ਇਸ ਤਰ੍ਹਾਂ ਉਸ ਪਿਆਰੇ ਦਾ ਦਰਸ਼ਨ ਹੁੰਦਾ ਹੈ। ਤੇ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਵੀ ਬੜਾ ਯਤਨ ਤੇ ਕੀਤਾ, ਪਰ ਇਸ ਮਨ ਨੂੰ ਹੁਣ ਧੀਰਜ ਨਹੀਂ ਆਉਂਦਾ, ਇਸ ਮਨ ਨੂੰ ਟਿਕਾ ਨਹੀਂ ਆਉਂਦਾ। ਪਰ ਕੋਈ ਹੈ ਐਸਾ ਸੰਤ, ਐਸਾ ਪ੍ਰਭੂ ਦਾ ਪਿਆਰਾ ਜਿਹੜਾ ਮਿਲਾ ਦੇਵੇ ਉਸ ਪਿਆਰੇ ਦੇ ਨਾਲ, ਜਿਹਦੇ ਨਾਲੋਂ ਮੈਂ ਵਿਛੜਿਆ ਹੋਇਆ। ਅੰਦਰ ਤੜਪ ਹੈ, ਜਿੰਨੀ ਦੇਰ ਮਲਾਪ ਨਹੀਂ। ਹੁਣ ਬੱਚਾ ਬਾਪੂ ਦੀ ਉਂਗਲੀ ਫੜੀ ਤੇ ਮੇਲੇ ਵਿੱਚ ਚਲਾ ਗਿਆ, ਪਤਾ ਨਹੀਂ ਲੱਗਾ ਕਿਹੜੇ ਵੇਲੇ ਉਂਗਲੀ ਹੱਥ ਵਿੱਚੋਂ ਨਿਕਲ ਗਈ, ਖਿਡੌਣਿਆਂ ਨਾਲ ਖੇਡਦਾ ਰਿਹਾ, ਮਠਿਆਈਆਂ ਦੇ ਨਾਲ ਧਿਆਣੇ ਲੱਗ ਗਿਆ। ਪਰ ਜਦੋਂ ਸ਼ਾਮ ਦਾ ਵੇਲਾ ਹੋਇਆ ਨਾ, ਇੱਕਦਮ ਅੱਖ ਖੁੱਲ ਗਈ। ਕਿਹੜੀ? ਅੰਦਰੋਂ ਜਾਗ ਗਿਆ। ਹੁਣ ਅੱਖ ਖੁੱਲੀ ਤੇ ਜਾਰੋ ਜਾਰ ਰੋਣਾ ਸ਼ੁਰੂ ਕਰ ਦਿੱਤਾ। ਮੈਂ ਤੇ ਬਾਪੂ ਦੇ ਨਾਲ ਆਇਆ ਸੀ, ਬਾਪੂ ਵਿਛੜ ਗਿਆ। ਜਾਰੋ ਜਾਰ ਰੋਂਦਾ। ਕੁਝ ਸਿਆਣੇ ਬੰਦਿਆਂ ਨੇ ਕਿਹਾ, ਬੇਟਾ ਤੂੰ ਰੋਂਦਾ ਕਿਉਂ ਹੈ? ਤੈਨੂੰ ਜਿਹੜੇ ਖਿਡੌਣੇ ਚਾਹੀਦੇ ਨੇ ਦੱਸ, ਜਿਹੜੀ ਮਠਿਆਈ ਚਾਹੀਦੀ ਹੈ ਦੱਸ, ਅਸੀਂ ਲੈ ਕੇ ਦੇਾਂਗੇ। ਤੈਨੂੰ ਜਿਹੜੇ ਝੂਲੇ ਤੇ ਤੂੰ ਬਹਿਣਾ ਦੱਸ, ਅਸੀਂ ਬਿਠਾਵਾਂਗੇ। ਉਹ ਬੱਚਾ ਜਾਰੋ ਜਾਰ ਰੋਂਦਾ। ਉਹ ਕਹਿੰਦਾ ਮੈਨੂੰ ਮਠਿਆਈ ਨਹੀਂ ਚਾਹੀਦੀ, ਮੈਨੂੰ ਝੂਲੇ ਨਹੀਂ ਚਾਹੀਦੇ, ਮੈਨੂੰ ਖਿਡੌਣੇ ਨਹੀਂ ਚਾਹੀਦੇ, ਮੈਨੂੰ ਤੇ ਮੇਰਾ ਬਾਪੂ ਚਾਹੀਦਾ। ਮੈਂ ਆਪਣੇ ਬਾਪੂ ਨਾਲ ਵਿਛੜ ਗਿਆ, ਬਸ ਮੇਰੇ ਬਾਪੂ ਨਾਲ ਮੈਨੂੰ ਮਿਲਾ ਦਿਓ। ਉਨੀ ਦੇਰ ਤੱਕ ਇਹ ਰੋਣਾ ਮਿਟ ਨਹੀਂ ਸਕਦਾ, ਖਤਮ ਨਹੀਂ ਹੋਣਾ। ਜਿੰਨੀ ਦੇਰ ਮਿਲਾਪ ਨਹੀਂ ਹੁੰਦਾ ਉਨੀ ਦੇਰ ਇਹ ਆਂਸੂ ਕਦੇ ਸੁੱਕ ਨਹੀਂ ਸਕਦੇ। ਤੇ ਸਾਹਿਬ ਜੀ ਕਹਿੰਦੇ ਨੇ, ਕੋਈ ਹੈ ਐਸਾ ਪ੍ਰਭੂ ਦਾ ਪਿਆਰਾ, ਜਪ ਤਪ ਸੰਜਮ ਪੁੰਨ ਸਭ ਹੋਮੋ, ਤਿਸੇ ਅਰਪੋ ਸਭ ਸੁਖ ਜਾਏ। ਕਹਿੰਦੇ ਨੇ ਹੁਣ ਮੈਂ ਕੀ ਅਰਪਣ ਕਰਾਂ? ਵੇਖੋ ਕਹਿੰਦੇ ਨੇ ਸਾਰੇ ਜਪ, ਸਾਰੇ ਤਪ, ਸਾਰਾ ਸੰਜਮ ਪੁੰਨ, ਸਾਰੇ ਮੈਂ ਉਹਦੇ ਤੋਂ ਕੁਰਬਾਨ ਕਰ ਦਿਆਂ। ਕਿਹਦੇ ਤੋਂ? ਜਿਹੜਾ ਮੈਨੂੰ ਉਸ ਪਿਆਰੇ ਦੇ ਨਾਲ ਮਿਲਾ ਦੇਵੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਨਾ, ਕੋਈ ਜਨ ਹਰਸਿਓ ਦੇਵੇ ਜੋਰ, ਕੋਈ ਰੱਬ ਦਾ ਪਿਆਰਾ ਮਿਲ ਜਾਏ। ਹੁਣ ਦੇਖੋ ਅਸੀਂ ਸਟੇਸ਼ਨ ਤੇ ਜਾਣਾ ਹੋਵੇ ਨਾ ਜੀ, ਤੇ ਬੰਦੇ ਨੂੰ ਰਾਹ ਦਾ ਪਤਾ ਨਾ ਹੋਵੇ, ਤੇ ਬੰਦਾ ਕਿਸੇ ਨਾ ਕਿਸੇ ਨੂੰ ਰਸਤਾ ਪੁੱਛਦਾ ਹੈ, ਕਹਿੰਦਾ ਕਿ ਮੈਨੂੰ ਇਹ ਦੱਸ ਵੀ ਕਿਹੜਾ ਰਸਤਾ ਹੈ ਜਿਹੜਾ ਉਸ ਪਾਸੇ ਜਾਂਦਾ ਹੈ। ਪਰ ਕਦੇ ਇਹ ਤਾਂ ਨਹੀਂ ਨਾ ਸੋਚਦਾ ਵੀ ਤੂੰ ਦੱਸ ਤੇਰਾ ਧਰਮ ਕਿਹੜਾ, ਮੈਂ ਤੈਨੂੰ ਤਾਂ ਪੁੱਛਾਂ, ਤੇਰੇ ਕਿਹੜੇ ਧਰਮ ਦਾ ਤੂੰ, ਮੈਂ ਤਾਂ ਤੈਨੂੰ ਰਸਤਾ ਪੁੱਛਣਾ ਨਹੀਂ। ਹੁਣ ਪਾਤਸ਼ਾਹ ਜੀ ਕਹਿੰਦੇ ਨੇ, ਸੰਸਾਰ ਵਿੱਚ ਧਰਮ ਦੇ ਨਾਂ ਤੇ, ਰੱਬ ਦੇ ਨਾਂ ਤੇ ਬਹੁਤੇ ਝਗੜੇ ਜਿਹੜੇ ਨੇ ਖੜੇ ਹੋ ਗਏ। ਪਰ ਮੇਰੇ ਸਾਹਿਬ ਜੀ ਕਹਿੰਦੇ ਨੇ ਨਹੀਂ, ਕੋਈ ਜਨ, ਕੋਈ ਰੱਬ ਦਾ ਪਿਆਰਾ ਐਸਾ ਮਿਲ ਜਾਏ, ਕੋਈ ਜਨ ਹਰਸਿਓ ਦੇਵੇ ਜੋੜ। ਤੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਜੋੜਦਾ, ਕਿਹਦੇ ਨਾਲ?
परमात्मा नाल जोड़न वाला होवे, अपने नाल जोड़न वाला ना होवे। ये ना होवे भी अपनी ही परिक्रमा कराई जाए। बहुते अज ऐसे ही ने जेड़े द्वार नहीं बनते, दीवार बन जाते हैं। वो कहते हैं इस तो अगे जाण दी लोड़ ही कोई नहीं। हुण असीं जो इत्थे बैठे हाँ, लोड़ ही नहीं अगे जाण दी, बस उन्हां नूं ही रब मन के बंदा बैठ जाता। असीं ते कबरां नूं भी रब मन के बैठ गए, मुर्दियां अगे झोलियां अड्ड के असीं मंगना शुरू कर दिता। नहीं प्यारिओ, कोई जन हरस्यों देवै जोड़, जेड़ा परमात्मा नाल जोड़दा है। धन गुरु अर्जन देव महाराज कहंदे ने चरण गहों, कहंदे ने मैं ओहदे चरण फड़ लवां, बको शुभ रसना, ओहदे धन्नवाद विच मैं चंगे बोल बोलां। इत्थे ही बस नहीं, दीजे प्राण अकोर, मैं अपने प्राण भी ओहदे तो निशावर कर दियां, ओहदी भेटा कर दियां, जेड़ा मैनू उस हरि दे नाल जोड़दा है। जोड़न वाला होवे हरि नाल। कहंदे ने कि मैं सारे जप तप संजम पुन सब कुछ ओहदे तो कुर्बान कर दियां, अरपों सब सुख जाई। कहंदे ने जिन्नियां भी सुखां दियां थावां ने ना, मैं सारियां ओहदे अगे भेटा कर दियां। किदे अगे? जेड़ा परमात्मा ने नाल जोड़दा। जो दिसै गुरसिखड़ा तिस निम निम लागों पाए जियो, आखां बिरथा जी की गुर सज्जन दियो मिलाए जियो। किते वो रब दा प्यारा कोई ऐसा मिल जाए। ते साहब कहंदे ने एक निमख प्रे दरस दिखावे, तिस संतन कै बल जाई। कहंदे ने एक निमख वास्ते भी उस प्यारे दा मैनू दीदार करवा देवे। कहंदे ने मैं उस रब दे प्यारे तो बलहार जावां, मैं सदके जावां। करो निहोरा बहुत बेनती, सेवो दिन रहनाई। कहंदे ने निहोरा दा अर्थ हुंदा तरला। मैं ओदे अगे तरला लवां, मैं ओदे अगे बेनतियां करां। इत्थे ही बस नहीं, सेवो दिन रहना आई। कहंदे ने मैं दिने रात ओदी सेवा विच लग्या रवां, जेड़ा एक निमख वास्ते भी उस प्यारे दा मैनू दर्शन करवा देवे। मान अभिमान हो सगल त्यागों, जो प्रेम बात सुनाई। कहंदे ने जेड़ा मैनू उस प्यारे दी गल सुनांदा है, मैं अपना मान अभिमान सब कुछ ओदे अगे अर्पण कर दियां। जेड़ा उस प्यारे दी गल सुनांदा है। असीं पढ़दे हैं ना, मेरे हर प्रीतम की कोई बात सुनावे, सो भाई सो मेरा वीर। कहंदे ने जेड़ा परमात्मा दी गल सुनांदा है ना, वो मेरा भरा हो सकदा है, मेरा मित्र हो सकदा है, मेरा वीर हो सकदा है। ओनू गुरु ना मन के बह जाया करो। असी ते वो जेड़ा कोई चंद्रमा वाल उंगली करदा है ना, ते असी चंद्रमा वाल ते वेखदे नहीं, असी उंगली नूं ही फड़ के बह जाने कि बस इत्थे ही साडा गुजारा हो गया। नहीं प्यारिओ, सो भाई सो मेरा वीर, वो वीर हो सकदा है पर गुरु नहीं हो सकदा। गुरु ते केवल शब्द गुरु है। हुण साहब जी बख्शिश पे करदे ने, देख चरित्र भई हों बिस्मन, गुर सत गुर पुरख मिलाई। पर कहंदे ने ये कौतक वेख के मैं हैरान हो गई। केड़ा कौतक? कि गुरु ने ही कृपा करके, सतगुरु ने ही कृपा करके उस परिपूर्ण परमात्मा दे नाल मिलाप करवा दिता। गुरु ही मिलाप करवाने वाला, गुरु तो बगैर सांझ नहीं बन सकती। साहब जी बख्शिश पे करते ने, प्रभ रंग दयाल मोहे ग्रह में पाया, जन नानक तपत बजाई। कहंदे ने वो जिहड़ा प्यार दा सोमा, दया दा सोमा, परिपूर्ण परमात्मा गुरु दी कृपा दे नाल वो हिरदे विचों ही प्रगट हो गया। किते बाहर भटकन दी लोड़ नहीं, जदों भी प्रगट होवेगा वो अंदरों ही प्रगट होवेगा। और साहब जी कहंदे ने, जन नानक तपत बजाई। कहंदे ने हे नानक आख, जेड़ी माया दी तपश सी ना, वो गुरु ने कृपा करके परमात्मा दे नाल मिलाप करवा दिता। अंदर दी तपश जेड़ी सी ना वो मिट गई। सतगुरु जी रहमत करन, बख्शिश करन,
ਗੁਰੂ ਦਾ ਸ਼ਬਦ ਸਾਡੇ ਹਿਰਦੇ ਵਿੱਚ ਵਸ ਜਾਏ, ਅੰਦਰ ਦੀ ਤ੍ਰਿਸ਼ਨਾ ਦੀ ਅੱਗ, ਹੰਕਾਰ, ਵਾਸ਼ਨਾਵਾਂ ਇਹ ਸਾਰੀਆਂ ਆਪੇ ਮਿਟ ਜਾਣਗੀਆਂ ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸ ਜਾਏਗਾ। ਜਿਹਦੇ ਹਿਰਦੇ ਵਿੱਚ ਸ਼ਬਦ ਵਸ ਗਿਆ ਨਾ, ਗੁਰੂ ਉਹਨੂੰ ਆਪਣਾ ਰੂਪ ਹੀ ਬਣਾ ਦਿੰਦਾ ਹੈ। ਜਿਵੇਂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਹਿਰਦੇ ਵਿੱਚ ਸ਼ਬਦ ਵਸਿਆ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣਾ ਰੂਪ ਹੀ ਬਣਾ ਲਿਆ। ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹੋਇਆ, ਦਾਸ ਖਿਮਾ ਦਾ ਜਾਚਕ ਹੈ, ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਗੁਰੂ ਦੇ ਸ਼ਬਦਾਂ ਨੂੰ ਆਪਣੇ ਹਿਰਦੇ ਵਿੱਚ ਵਸਾਈਏ। ਭੁੱਲਾਂ ਚੁੱਕਾਂ ਦੀ ਖਿਮਾ। ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਰਦਿਕ ਤੌਰ ਤੇ ਧੰਨਵਾਦ। ਆਪ ਗੁਰੂ ਸਵਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।